उपदेशा किया सागरे सब्ज रंग के मारा बकारस्त दर वक्ते जंग तुम्हारा बदेहता तुम्हारा बदेह ताकुनम ताज़ा दिल के गौहर बरारम ज़यालू दगिल के गौहर बरारम देसा किया सब्ज रंग दा प्याला के जंग विच मेरे ते चढ़े रंग निराला मैं तेरे करम तो मैं तेरे करम तो नवां जोश पावां के मिट्टी दे विचों मैं मोती उगावां के मिट्टी दे विचों मैं मोती उगावां। वाहिगुरू जी का खालसा वाहिगुरू जी की फतेह। सतगुरु गुरु गोबिंद सिंह जी महाराज दे पवित्र पावन आगमन पुरब दीयां खुशियां मनाउंदियां होइयां सतगुरु पातशाह गरीब नवाज दी महान रचना महान शाहकार जफरनामा साहिब जिस दी मूल बोली मूल भाषा फारसी है, आप जी दे नाल वो महान रचना साझी करन जा रहे हैं और उम्मीद है कि आप इस नूं बड़े प्यार सत्कार दे नाल सिख चैनल दे उत्ते सरवण करोगे और नाल ही वो इतिहास नाल ही वो कलम दे वो तीर जिन्हां ने औरंगजेब वर्गा मनुख तीर वांग सिद्धा कर दिता, वो समर्था इस जफरनामा साहब दी अनुभवी तां हुंदी है जदों असीं उस नूं सरवण करदे हां, जदों उस नूं समझदे हां। बेशक असीं जे सिद्धे रूप दे विच पंजाबी पढ़न वाले जानन वाले या इंग्लिश जानन वाले उस दा वो आनंद वो लुत्फ नहीं उठा सकते, पर दास ने इस सारे जफरनामा साहब की व्याख्या करदियां होइयां उस दा इतिहासक पिछोकड़ और नाल दी नाल उस दा वार्तक दे विच टीका और नाल ही नाल कविता दे विच टीका आप जी दे सन्मुख रखण दा मैं यतन करना है और उम्मीद है कि आप जी पसंद करोगे ते नाल ही आप सरबत नूं सतगुरु गुरु गोबिंद सिंह जी महाराज दे आगमन पुरब दीयां लख करोड़ मुबारकां ने। सतगुरु पातशाह गरीब नवाज ने अपना इरादा इस शेर दे द्वारा प्रगट किया है जिस दे विच उस साकी रूप परमात्मा दे कोलों नाम दे हरे प्याले की मंग की है ताकि जो जंग का औखे तो औखा समा है उस दे विच ये काम आ सके। संसार भर दे जिहड़े दूजे फौजी ने जदों जंग दे विच युद्ध दे विच जांदे है ते वो कई नशियां दा आसरा लैंदे ने, लेकिन सतगुरु ने साडे वास्ते जो पैड़ पाई है जो पिरत पाई है वो यही पाई है कि बाणी दे नाल अपनी रूह नूं जगाउणा है और उस जागरूक अवस्था दे विच आउणा है जिथे सानू जीवन दे तत्त सच दा पता लगदा है कि ये जीवन जिहड़ा है मानस जन्म अनमोल जिहड़ा है ये गुलामियां करन वास्ते नहीं है और जेकर गुलाम हाँ तो फिर जेकर संघर्ष करके शहीद हो गए तां भी मुक्ति है। दोनों पासे
ਅੱਗੇ ਮੁਕਤੀ ਦਾ ਦਰ ਗੁਰੂ ਦੇ ਘਰ ਖੁੱਲ੍ਹਾ ਹੈ। ਇੱਥੇ ਜਿਹੜਾ ਹੈ ਉਸ ਜਲਾਲਤ ਤੋਂ ਮੁਕਤੀ ਹੋ ਜਾਂਦੀ ਹੈ। ਤੇ ਜੇਕਰ ਸੰਘਰਸ਼ ਕਰਕੇ ਸਫਲ ਹੋ ਗਏ ਤੇ ਫਿਰ ਗੁਰੂ ਪਿਆਰਿਓ ਤਾਂ ਵੀ ਮੁਕਤੀ ਆਪਣੀ ਨਹੀਂ, ਸਗੋਂ ਰਾਜ ਭਾਗ ਦੇ ਵਿੱਚ ਹੋਰਨਾਂ ਲੋਕਾਂ ਦੇ ਵਾਸਤੇ ਵੀ ਮੁਕਤੀ ਦੇ ਦੁਆਰ ਖੋਲ੍ਹਣ ਦੀ ਸਮਰੱਥਾ ਆ ਜਾਂਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਨੇ ਮੰਗੀ ਹੈ ਬਦੇ ਸਾਕੀਆ ਸਾਗਰੇ ਸਬਜ਼ ਰੰਗ। ਹੇ ਸਾਕੀ, ਮੈਨੂੰ ਹਰੇ ਰੰਗ ਦਾ ਨਾਮ ਦਾ ਪਿਆਲਾ ਬਖਸ਼ ਕਿ ਮਾਰਾ ਬਾਕਾਰ ਅਸਤ ਦਰ ਵਕਤੇ ਜੰਗ, ਜੋ ਮੇਰੇ ਲਈ ਜੰਗ ਦੇ ਦੌਰਾਨ ਕਾਰ ਆਮਦ ਹੋਵੇ। ਤੂੰ ਮਾਰਾ ਬਦੇ, ਤੂੰ ਮੈਨੂੰ ਉਹ ਦੇ ਤਾ ਕੁਨਮ ਤਾਜ਼ਾ ਦਿਲ, ਜੋ ਮੈਨੂੰ ਤਾਜ਼ਾ ਦਿਲ ਕਰਦਾ, ਚੜ੍ਹਦੀ ਕਲਾ ਦੇ ਵਿੱਚ ਕਰਦਾ, ਮੌਤ ਦਾ ਡਰ ਹੀ ਭਜਾਦਾ। ਤੇ ਤੇਰੀ ਕਿਰਪਾ ਦੇ ਨਾਲ ਕਿ ਗੌਹਰ ਬਾਰਾਰਮ ਜ਼ੇ ਆਲੂ ਦਾ ਗਿਲ, ਤੇ ਮੈਂ ਆਲੂ ਦਾ ਗਿਲ ਜਿਹੜੀ ਮਿੱਟੀ ਹੈ ਉਸ ਦੇ ਵਿੱਚੋਂ ਮੋਤੀ ਪੈਦਾ ਕਰਦੇ ਹਾਂ। ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਨੇ ਇਹ ਕਮਾਲ ਕੀਤੀ, ਕਰਾਮਾਤ ਕੀਤੀ ਕਿ ਸਤਿਗੁਰੂ ਪਾਤਸ਼ਾਹ ਨੇ ਭਾਰਤ ਦੇ ਉਹਨਾਂ ਲੋਕਾਂ ਜਿਨ੍ਹਾਂ ਨੂੰ ਸਮਾਜ ਦੀ ਰਹਿੰਦ ਖੂੰਹਦ ਹੀ ਸਮਝਿਆ ਜਾਂਦਾ ਸੀ ਜਾਂ ਬਣਾ ਦਿੱਤਾ ਗਿਆ, ਉਹ ਦੱਬੇ ਕੁਚਲੇ ਨੀਵਿਆਂ ਤੋਂ ਨੀਵੇਂ ਲੋਕ ਸਤਿਗੁਰੂ ਨੇ ਆਪਣੀ ਪਾਰਸ ਸ਼ੋਅ ਦੇ ਨਾਲ ਬਦਲ ਦਿੱਤੇ। ਕੱਚਾ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਤ ਤਾਰੇ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੇ, ਕਾਠੋਂ ਸ੍ਰੀਖੰਡ ਸਤਿਗੁਰੂ ਕੀਓ ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰੂ ਚਰਨ ਜਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਪਏ। ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਇੱਥੇ ਗੁਰੂ ਪਿਆਰਿਓ ਐਸਾ ਸਤਿਗੁਰੂ ਪਰ ਸਰੂਪੀ ਸਤਿਗੁਰ ਜਿਹੜਾ ਹੈ, ਜਿਸ ਨੇ ਐਸੀ ਸਮਰੱਥਾ ਬਖਸ਼ਿਸ਼ ਕੀਤੀ ਕਿ ਵਾਕਿਆ ਹੀ ਸ਼ੂਦਰਾਂ ਨੂੰ ਸਰਦਾਰ ਬਣਾ ਦਿੱਤਾ, ਔਰ ਐਸੀ ਕਿਰਪਾ ਕੀਤੀ ਗੁਰੂ ਪਿਆਰਿਓ। ਜ਼ਫਰਨਾਮਾ ਸਾਹਿਬ ਦੇ ਵਾਰਤਕ ਦੇ ਵਿੱਚ ਔਰ ਕਾਵਿਕ ਰੂਪ ਦੇ ਵਿੱਚ ਮਹਾਨ ਵਿਦਵਾਨਾਂ ਨੇ, ਕਵੀਆਂ ਨੇ ਤਰਜੁਮੇ ਕੀਤੇ ਨੇ, ਅਨੁਵਾਦ ਕੀਤੇ ਨੇ। ਸਾਰੇ ਤੇ ਮੈਂ ਆਪ ਜੀ ਦੇ ਸਨਮੁਖ ਪ੍ਰਸਤੁਤ ਨਹੀਂ ਕਰ ਸਕਦਾ, ਲੇਕਿਨ ਉਹਨਾਂ ਦੇ ਜਿਹੜੇ ਉਹ ਅਨਮੋਲ ਮੋਤੀ ਉਹਨਾਂ ਨੇ ਸਾਨੂੰ ਆਪਣੀ ਭਾਸ਼ਾ ਦੇ ਵਿੱਚ ਦੇਣ ਦੇ ਯਤਨ ਕੀਤੇ ਨੇ, ਆਪਣੀ ਬੋਲੀ ਦੇ ਵਿੱਚ ਦੇਣ ਦੇ ਯਤਨ ਕੀਤੇ ਨੇ, ਉਹ ਮੈਂ ਆਪ ਜੀ ਦੇ ਸਨਮੁਖ ਜ਼ਰੂਰ ਰੱਖਾਂਗਾ। ਉਸ ਦੇ ਵਿੱਚ ਕੁਝ ਸ਼ੇਰ ਜਿਹੜੇ ਹੈ ਦਾਸ ਨੇ ਜੋ ਅਨੁਵਾਦ ਕੀਤੇ ਨੇ ਕਾਵਿਕ ਰੂਪ ਦੇ ਵਿੱਚ, ਉਹ ਵੀ ਰੱਖਾਂਗਾ, ਔਰ ਜੋ ਪੰਦੋਹਲ ਸਾਹਿਬ ਉਹਨਾਂ ਨੇ ਵੀ ਫਾਰਸੀ ਦੀ MA ਨੇ, ਉਹਨਾਂ ਨੇ ਵੀ ਜ਼ਫਰਨਾਮਾ ਸਾਹਿਬ ਉਸ ਦਾ ਅਨੁਵਾਦ ਕੀਤਾ ਹੈ ਕਾਵਿਕ ਰੂਪ ਦੇ ਵਿੱਚ, ਔਰ ਉਸੇ ਬਹਿਰ ਦੇ ਵਿੱਚ ਬਹੁਤ ਸੁੰਦਰ ਤਰੀਕੇ ਦੇ ਨਾਲ। ਇਸੇ ਤਰ੍ਹਾਂ ਸਾਡੇ ਪੰਥ ਦੇ ਮਹਾਨ ਢਾਡੀ ਗਿਆਨੀ ਨਿਰੰਜਨ ਸਿੰਘ ਜੀ ਨਰਗਿਸ ਸਾਹਿਬ, ਉਹਨਾਂ ਨੇ ਵੀ ਬਹੁਤ ਮਹਾਨ ਉਦਮ ਕਰਦਿਆਂ ਹੋਇਆਂ ਉਹ ਉਂਝ ਵੀ ਇੰਝ ਕਹਿ ਲਈਏ ਕਿ ਵਾਹਿਗੁਰੂ ਦੇ ਵਰਸਾਏ ਹੋਈ ਕਵੀ ਸਨ। ਬਹੁਤ ਇਤਿਹਾਸ ਉਹਨਾਂ ਨੇ ਦਿੱਤਾ ਹੈ, ਔਰ ਉਹਨਾਂ ਦੀ ਰਚਨਾ ਦੇ ਵਿੱਚੋਂ ਵੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਇੰਝ ਹੋਰ ਵੀ ਜਿਹੜੇ ਮਹਾਨ ਵਿਦਵਾਨ ਨੇ, ਉਹਨਾਂ ਨੂੰ ਵੀ ਤੁਹਾਡੇ ਸਨਮੁਖ ਰੱਖਦਿਆਂ ਹੋਇਆਂ ਉਹਨਾਂ ਦੀ ਜੋ ਰਚਨਾ ਹੈ, ਉਹਨਾਂ ਦੀ ਜੋ ਮਿਹਨਤ ਹੈ, ਉਹ ਵੀ ਪ੍ਰਸਤੁਤ ਕਰਾਂਗੇ। ਤੋ ਜਿਵੇਂ ਇੱਥੇ ਜੋ ਸ਼ੇਰ ਕਿਹਾ ਹੈ, ਆਪਣੇ ਮਕਸਦ ਨੂੰ ਦਰਸਾਇਆ ਵੀ ਹੈ, ਵਾਹਿਗੁਰੂ ਤੋਂ ਮੰਗ ਵੀ ਮੰਗੀ ਹੈ। ਬਦੇਹ ਸਾਕੀਆ ਸਾਗਰੇ ਸਬਜ਼ ਰੰਗ ਕਿ ਮਾਰਾ ਬਾਕਾਰਸ ਦਰ ਵਕਤੇ ਜੰਗ, ਤੂੰ ਮਾਰਾ ਬਦੇਹ ਤਾ ਕੁਨਮ ਤਾਜ਼ਾ ਦਿਲ ਕਿ ਗੌਹਰ ਬਾਰਾਰਮ ਜ਼ੇ ਆਲੂ ਦਾ ਗਿਲ। ਦੇਹ ਸਾਕੀਆ ਸਬਜ਼ ਰੰਗ ਦਾ ਪਿਆਲਾ ਕਿ ਜੰਗ ਵਿੱਚ ਮੇਰੇ ਤੇ ਚੜੇ ਰੰਗ ਨਿਰਾਲਾ, ਮੈਂ ਤੇਰੇ ਕਰਮ ਤੋਂ ਨਵਾਂ ਜੋਸ਼ ਪਾਵਾਂ ਕਿ ਮਿੱਟੀ ਦੇ ਵਿੱਚੋਂ ਮੈਂ ਮੋਤੀ ਉਗਾਵਾਂ।
ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਨੇ ਐਸਾ ਕਰ ਦਿੱਤਾ। ਗੁਰੂ ਪਿਆਰਿਓ ਇਹ ਜ਼ਫਰਨਾਮਾ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੀਨੇ ਕਾਂਗੜ ਕਸਬੇ ਦੇ ਵਿੱਚੋਂ ਭਾਈ ਦੇਸਾ ਸਿੰਘ ਤਰਖਾਣ ਦੇ ਚੁਬਾਰੇ ਦੇ ਵਿੱਚ ਬੈਠ ਕੇ ਲਿਖਿਆ, ਜਿੱਥੇ ਅੱਜ ਗੁਰਦੁਆਰਾ ਜ਼ਫਰਨਾਮਾ ਸਾਹਿਬ ਸ਼ਿਸ਼ੋਭਤ ਹੈ ਤੇ ਜਿਸ ਦੀ ਸੇਵਾ ਸੰਤ ਭਾਈ ਮਨੀ ਸਿੰਘ ਹੋਰਾਂ ਨੇ ਕਰਵਾਈ। ਔਰ ਉੱਥੇ ਇੱਕ ਗੁਰਦੁਆਰਾ ਹੋਰ ਹੈ। ਹੁਣ ਇਹ ਤਕਰੀਬਨ ਜੋ ਭਾਈ ਰੂਪ ਚੰਦ ਛੇਵੇਂ ਪਾਤਸ਼ਾਹ ਦੇ ਆਨੰਦ ਸੇਵਕ ਸਿੱਖ ਸਨ ਭਾਈ ਰੂਪਾ, ਉਹਨਾਂ ਦੇ ਵੰਸ਼ ਦੇ ਵਿੱਚੋਂ ਉਹਨਾਂ ਦੇ ਪੋਤਰੇ ਦਿਆਲ ਸਿੰਘ ਜੀ ਨੇ ਜਦੋਂ ਇਹ ਸ਼ਹਿਰ ਦਿਆਲਪੁਰਾ ਵਸਾਇਆ ਤਾਂ ਉਹ ਵਸੋਂ ਵਧਦਿਆਂ ਹੁਣ ਸਾਰਾ ਕੁਝ ਜਿਹੜਾ ਇੱਕ ਹੋ ਗਿਆ ਗੁਰੂ ਪਿਆਰਿਓ। ਲੇਕਿਨ ਉੱਥੇ ਸਤਿਗੁਰੂ ਨੇ ਭਾਗ ਲਾਈ ਤੇ ਬੇਸ਼ੱਕ ਉੱਥੇ ਹੀ ਰਾਏ ਜੋਧ ਦੇ ਪੋਤਰੇ ਜੋ ਛੇਵੇਂ ਪਾਤਸ਼ਾਹ ਦਾ ਆਨੰਦ ਸੇਵਕ ਸਿੱਖ ਸੀ, ਲਖਮੀਰ, ਸ਼ਮੀਰ ਤੇ ਤਖਤਮਲ, ਉਹਨਾਂ ਦੀ ਪ੍ਰਾਹੁਣਚਾਰੀ ਜਿਹੜੀ ਹੈ ਕਬੂਲ ਕੀਤੀ ਸਤਿਗੁਰੂ ਪਾਤਸ਼ਾਹ ਨੇ। ਲੇਕਿਨ ਰਣਨੀਤੀ ਦੇ ਅਨੁਸਾਰ ਉੱਥੇ ਨਾ ਰਹਿ ਕੇ ਇੱਥੇ ਟਿਕਾਣਾ ਕੀਤਾ ਔਰ ਇਹ ਬਹੁਤ ਮਹਾਨ ਸੇਵਾ ਜਿਹੜੀ ਹੈ ਭਾਈ ਦੇਸਾ ਸਿੰਘ ਨੇ ਵੀ ਕੀਤੀ ਔਰ ਗੁਰੂ ਦੀਆਂ ਨਿਵਾਸਾਂ ਲਈਆਂ। ਗੁਰੂ ਪਿਆਰਿਓ, ਜਦੋਂ ਆਪਾਂ ਇਸ ਨੂੰ ਪੜ੍ਹਦੇ ਹਾਂ ਔਰ ਇਸ ਦੇ ਵਿੱਚ ਔਰੰਗਜ਼ੇਬ ਦਾ ਕਰੈਕਟਰ ਜਿਸ ਨੂੰ ਇਹ ਲਿਖਿਆ ਗਿਆ ਤੇ ਕਿਉਂ ਲਿਖਿਆ ਗਿਆ, ਜ਼ਫਰਨਾਮਾ, ਇਸ ਦੇ ਅਰਥ ਨੇ, ਜ਼ਫਰ ਦਾ ਅਰਥ ਹੈ ਜਿੱਤ, ਨਾਮਾ ਦਾ ਅਰਥ ਹੈ ਪੱਤਰ, ਚਿੱਠੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ ਵਿਜੈ ਪੱਤਰ, ਜੋ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਨੇ ਕਾਂਗੜ ਤੋਂ ਔਰੰਗਜ਼ੇਬ ਨੂੰ ਲਿਖਿਆ। ਔਰ ਉਸ ਦੇ ਵਿੱਚ ਜਦੋਂ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਨੇ ਸ਼ੁਰੂਆਤ ਕੀਤੀ ਹੈ ਤਾਂ ਉਸ ਤੇ ਸਿਰਲੇਖ ਦੇ ਵਿੱਚ ਲਿਖਿਆ ਇੱਕ ਓਂਕਾਰ ਹੁਕਮ ਸਤ। ਉਸ ਵਾਹਿਗੁਰੂ ਦਾ ਹੁਕਮ ਜਿਹੜਾ ਸਤ ਹੈ, ਬਾਕੀਆਂ ਦੇ ਹੁਕਮ ਜਿਹੜੇ ਸਤ ਨਹੀਂ ਹੈ, ਜਾਂ ਫਿਰ ਸਤਿਗੁਰ ਦਾ ਹੁਕਮ ਸਤ ਹੈ ਜਿਹੜਾ ਉਸ ਸੱਚ ਦੇ ਨਾਲ ਅਭੇਦ ਹੈ, ਸੱਚ ਦੇ ਨਾਲ ਇੱਕਮਿਕ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਔਰ ਕਿਸੇ ਦੀ ਵਿਅਕਤੀਗਤ ਹੀ ਫਤਿਹ ਨਹੀਂ ਹੈ, ਫਤਿਹ ਵੀ ਉਸ ਵਾਹਿਗੁਰੂ ਦੀ, ਇੱਕ ਰੱਬ ਦੀ। ਜ਼ਫਰਨਾਮਾ, ਜਿੱਤ ਦੀ ਚਿੱਠੀ, ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ, ਜਿਹੜਾ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਦੀ ਆਪਣੀ ਰਚਨਾ ਉਹਨਾਂ ਦੇ ਸ਼੍ਰੀ ਮੁਬਾਰਕ ਮੁਖਾਰਬਿੰਦ ਤੋਂ ਉਚਾਰੀ ਗਈ 10ਵੇਂ ਪਾਤਸ਼ਾਹ ਦੀ ਮਹਾਨ ਰਚਨਾ। ਤੇ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਨੇ, ਜਿਵੇਂ ਆਮ ਲੋਕ ਜਿਹੜੇ ਹੈ ਬਾਦਸ਼ਾਹ ਨੂੰ ਚਿੱਠੀ ਲਿਖਦੇ ਆ, ਉਹਨਾਂ ਦੀ ਖੁਸ਼ਨੂਦੀ ਦੇ ਕਸੀਦੇ ਕੱਢਦੇ ਸਨ, ਇੰਜ ਨਹੀਂ ਕੀਤਾ। ਸਗੋਂ ਇੱਕ ਅਕਾਲ, ਇੱਕ ਰੱਬ, ਉਸ ਹੱਕ ਸੱਚ ਦੀ ਖੁਸ਼ਨੂਦੀ ਕੀਤੀ ਹੈ, ਉਸ ਦੀ ਸਿਫਤੋ ਸਨਾ ਕੀਤੀ ਹੈ। ਪਹਿਲਾ ਸ਼ੇਰ ਅਰਜ਼ ਹੈ, ਕਮਾਲੇ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਪੰਦੋਲ ਸਾਹਿਬ ਨੇ ਇਸ ਦਾ ਤਰਜਮਾ ਕੀਤਾ, ਤੂੰ ਕਿਰਪਾਲੂ ਮੁਕਤੀ ਤੇ ਭਗਤੀ ਦਾ ਦਾਤਾ, ਭੰਡਾਰੀ ਚਮਤਕਾਰੀ ਸ਼ਕਤੀ ਦਾ ਗਿਆਤਾ। ਔਰ ਗੁਰੂ ਪਿਆਰਿਓ, ਭਾਈ ਸਾਹਿਬ ਭਾਈ ਨਰਿੰਜਨ ਸਿੰਘ ਜੀ ਹੋਰਾਂ ਨੇ, ਨਰਿੰਜਨ ਸਿੰਘ ਨਰਗਸ ਜੀ ਨੇ ਇਸ ਦਾ ਅਨੁਵਾਦ ਕੀਤਾ ਹੈ ਕਵਿਤਾ ਦੇ ਵਿੱਚ।
करामाति कायम करीमाला है, दयालु बख्शिंद दाता रखवाला है। बंदी छोड़ राजक अथा अतोल है, सुखां दा भंडार अमर अडोल है। कमाले करामत कायम करीम, रज़ा बख्शो राजक रिहा कुन रहीम। दास ने उसे बहर दे विच ही पूरा चमत्कारी कायम कृपालू, पाने च राजक मुक्ति दाता दयालु। गुरु प्यारिओ, उस महान सतगुर दे बचना बोलां नूं ते वार्तक दे विच भी बहुत विस्तार दे नाल दस्सण दा यतन करिए तां भी अधूरे रह जाईदा है। ते उस ते उन्हां दे ते इंज कह लईए कि सागर दे विच उन्हां कुझे दे विच सागर जिहड़ा बंद कर दिता है एक एक शेर दे विच। और ऐसा सतगुरु पातशाह गरीब नवाज ने शेरां नूं तरतीब दिती है और उस दे विच ऐसा जोश भरिया है। ये तो उस वाहिगुरू की बंदगी दे नाल शुरू कीता है, लेकिन अगाह जाके असीं देखांगे कि किवें सतगुरु पातशाह गरीब नवाज ने कृपा कीती है। अमा बख्श बख्शिंदा ओ दस्तगीर, खता बख्श रोजी देहो दिल पजीर। दास ने अनुवाद किया है, शरण योग दाता है हथ फड़न वाला, गुना बख्श राजक है मन हरन वाला। गुरु प्यारिओ, वाकई वो प्रभु ऐसा ही है। तो सतगुरु पातशाह आप आखते ने, प्रभ जू तो कै लाज हमारी, नील कंठ नरहर नारायण नील बसन बनवारी। रहाओ, परम पुरख परमेश्वर स्वामी पावन पावन आहारी, माधव महाजोत मद मर्दन मान मुकंद मुरारी। निर्विकार निर्ज्वर निंद्रा बिन निर्विक नरक निवारी, कृपा सिंध काल त्रदर्शी कुकृत प्रनाशनकारी। तनुरूपान त्रितमान तरातर अनविकार असधारी, हौं मत मंद चरण शरनागत कर गै लेहो उबारी। कि मैं तेरी शरण दे विच आया ते शरण च जाना गुरु साहब तो सिखो किवें जाना है। सगल द्वार को छड़ के गहिओ तुहारो द्वार, बाह गए की लाजस गोबिंद दास तुहार। ते जदों इंज शरण दे विच आवे ते फिर प्रभु गढ़ दे नाल लाउंदा है। उस दी शरण दे विच आया फिर कोई जिहड़ा है उस ते प्रभाव नहीं पा सकता, क्योंकि वाहिगुरु सर्ब शक्तिमान है। ते सतगुरु पातशाह गरीब नवाज उसका रूप रंग दसते ने। शहनशाह खूबी देहोरा नमू, के बेऊन बेचून चूबे नमू। शाह दशा बख्शे गुण रा दिखावें, अनील अरूप अद्वितीयो कहावे। जिवें सतगुरु पातशाह गरीब नवाज गुरु नानक देव जी महाराज ने ना उस परमात्मा दा रूप जिहड़ा है वह दर्शाया है कि वह कैसा एक ओंकार सतनाम करता पुरख निरभौ निरवैर अकाल मूरत अजूनी सैभंग। इन्हां गुणा लछणा वडियाइयां दा मालिक जिहड़ा भाई दिसदा ही नहीं है, रूप विनाशी है, फिर वो मिलेगा किवें? गुर प्रसाद, गुरु की कृपा दे नाल। ते सतगुरु पातशाह ने जिवें जप दे विच मूल मंत्र दे विच उस दा रूप सानू दर्शाया है ना, तिवें
ਜਾਪ ਸਾਹਿਬ ਦੇ ਵਿੱਚ ਸਤਿਗੁਰਾਂ ਸਮਝਾਇਆ ਹੈ, ਦੱਸ ਦਿੱਤਾ, ਚੱਕਰ ਚਿਹਨ ਅਰ ਵਰਨ ਜ਼ਾਤ ਅਰ ਪਾਤ ਨਹਿੰਜ, रूप रंग अर रेख पेख को कह न सकत कह, अचल मूर्त अनुभव प्रकाश अमितोज के हिजै, कोट इंद्र इंद्राण शाह शाहान गणिजै, त्रिभुवन महीप सुर नर असुर, नेत नेत बन तृण कहत, तब सर्व नाम कथै कवन, कर्म नाम बरणत सुमत। ऐसा ओ वाहिगुरु है भाई जिस दा कोई रूप रंग नहीं है, ते सारियां नूं ਉਹ ਸ਼ਹਿਨਸ਼ਾਹ ਖੂਬੀ ਦੇ ਹੋ, ਗੁਣ ਦਿੰਦਾ ਹੈ। ਸਭ ਗੁਣ ਤੇਰੇ, ਸਾਰੇ ਗੁਣ ਤੇਰੇ ਦਿੱਤੇ ਹੋਏ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਐਸਾ ਉਹ ਵਾਹਿਗੁਰੂ ਬੇਗੁਣੋ ਹੈ, ਬੇਰੰਗ ਹੈ, ਬੇਚੂਨੋ ਹੈ, ਰੂਪ ਤੋਂ ਬਿਨਾ ਹੈ, ਅਤੇ ਨਾਲ ਹੀ ਚੂੰ ਬੇਨਮੂ ਅਤੇ ਨਮੂਨੇ ਰਹਿਤ ਹੈ। ਉਹ ਐਸਾ ਵਾਹਿਗੁਰੂ ਜਿਹੜਾ, ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਗਰੀਬ ਨਵਾਜ਼ ਆਖਦੇ ਨੇ ਕਿ ਉਸ ਦੀ ਬਖਸ਼ਿਸ਼ ਹੋ ਜਾਏ ਤੇ ਭਾਵੇਂ ਕੁਝ ਵੀ ਨਾ ਹੋਵੇ ਕੋਲ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ਵਰਸ਼, ਜੋ ਨਿਰਧਨ ਨਿਮਾਣਾ ਨੇ ਹੱਥਾ ਵਿਚਾਰਾ, ਤੂੰ ਉਹਨੂੰ ਵੀ ਬਖਸ਼ੇ ਸਵਰਗੀ ਨਜ਼ਾਰਾ। ਪੰਦੋਹਲ ਸਾਹਿਬ ਨੇ ਅਨੁਵਾਦ ਕੀਤਾ ਹੈ। ਜਹਾਂ ਪਾਕ ਜ਼ਬਰਸਤ ਜ਼ਾਹਿਰ ਜ਼ਹੂਰ, ਉਜ਼ਾਮੀ ਦੇਹੋ ਹਮ ਚੁ ਹਾਜ਼ਿਰ ਹਜ਼ੂਰ, ਤੂੰ ਨਿਰਲੇਪ ਸਾਖੀ ਤੇ ਸਮਰਥ ਸੁਆਮੀ, ਬਜ਼ੁਰਗੀ ਦਸੋਮਾ ਕੋਈ ਪੀਰ ਨਾਮੀ, ਕੋਈ ਪੀਰ ਨਾਮੀ। ਗੁਰੂ ਪਿਆਰਿਓ, ਪਹਿਲੇ 5 ਸ਼ੇਰ ਆਪ ਜੀ ਦੇ ਨਾਲ ਸ਼ੇਅਰ ਕੀਤੇ ਨੇ, ਸਾਂਝੇ ਕੀਤੇ ਨੇ ਸਿੱਖ ਚੈਨਲ ਰਾਹੀਂ, ਤੇ ਬਹੁਤ ਵਧੀਆ ਉਦਮ ਜਿਹੜਾ ਹੈ, ਬਹੁਤ ਵਧੀਆ ਸਹਿਯੋਗ ਸਿੱਖ ਚੈਨਲ ਨੇ ਇਸ ਸੰਬੰਧ ਦੇ ਵਿੱਚ ਦਿੱਤਾ ਹੈ। ਤੇ ਗੁਰੂ ਪਾਤਸ਼ਾਹ ਗਰੀਬ ਨਵਾਜ਼ ਦੇ ਜੋ ਅਰਧ ਸ਼ਤਾਬਦੀ ਜਿਹੜੀ ਹੈ, ਉਸ ਦੇ ਸੰਬੰਧ ਦੇ ਵਿੱਚ ਵੀ ਇਹ ਬਹੁਤ ਉੱਤਮ ਭੇਟਾ ਜਿਹੜੀ ਹੈ, ਇਹ ਸਾਧ ਸੰਗਤ ਦੀ ਸੇਵਾ ਦੇ ਵਿੱਚ ਅਸੀਂ ਪ੍ਰਸਤੁਤ ਕਰ ਰਹੇ ਹਾਂ। ਉਮੀਦ ਕਰਦੇ ਹਾਂ ਕਿ ਇਸ ਸੰਬੰਧ ਦੇ ਵਿੱਚ ਆਪ ਜੀ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਸਿੱਖ ਚੈਨਲ ਨੂੰ ਸਹਿਯੋਗ ਬਖਸ਼ਿਸ਼ ਕਰਕੇ ਇਸ ਪ੍ਰੋਗਰਾਮ ਨੂੰ, ਜਿਹੜਾ ਅਸੀਂ ਸਮੁੱਚੇ ਦਾ ਸਮੁੱਚਾ ਜਿਹੜਾ ਜ਼ਫਰਨਾਮਾ ਸਾਹਿਬ ਦੇ 147 ਸ਼ੇਅਰ ਨੇ, ਉਹ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਔਰ ਨਾਲ ਦੀ ਨਾਲ ਉਸ ਦਾ ਜਿਹੜਾ ਇਤਿਹਾਸਕ ਪਿਛੋਕੜ ਔਰ ਵਿੱਚ ਜੋ ਇਤਿਹਾਸ ਆਉਂਦਾ ਉਹ ਵੀ ਸਾਂਝਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਤੇ ਫਿਰ ਤੀ ਆਪ ਜੀ ਨੂੰ ਸਤਿਗੁਰਾਂ ਦੇ ਆਗਮਨ ਪੁਰਬ ਦੀਆਂ ਲੱਖ ਕਰੋੜ ਮੁਬਾਰਕਾਂ। ਗੁਰਮੀਤ ਸਿੰਘ ਗੌਰਵ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।